ਮੇਰੇ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਜਿਹੜਾ ਅਸੀਂ ਟੌਪਿਕ ਕਰਨਾ ਹੈ ਐਮਏ ਪ੍ਰੀਵੀਅਸ ਪੰਜਾਬੀ ਲਈ, ਸਾਡਾ ਪੇਪਰ 3 ਦੇ ਟੌਪਿਕ ਚੱਲ ਰਹੇ ਨੇ ਇਹਦੇ 'ਤੇ YouTube 'ਤੇ। ਅੱਜ ਜਿਹੜਾ ਅਸੀਂ ਟੌਪਿਕ ਕਰਨਾ ਹੈ ਬੇਟਾ ਉਹ ਹੈ ਸਾਹਿਤ ਸਿਧਾਂਤ ਅਤੇ ਵਿਹਾਰਕ ਆਲੋਚਨਾ ਵਾਲਾ 3rd ਪੇਪਰ ਹੈ ਜਿਹੜਾ, ਉਹਦਾ 2nd ਯੂਨਿਟ ਦਾ ਟੌਪਿਕ ਹੈ ਰੀਤੀ ਸਿਧਾਂਤ। ਅਤੇ ਰੀਤੀ ਸਿਧਾਂਤ ਬਾਰੇ ਬੇਟਾ ਮੈਂ ਕਹਿ ਦਿਆਂ ਕਿ ਇਹ ਵੀ ਜੋ ਹੈ ਭਾਰਤੀ ਕਾਵਿ ਸ਼ਾਸਤਰ ਦਾ ਇੱਕ ਪ੍ਰਮੁੱਖ ਵਿਸ਼ਾ ਹੈ ਰੀਤੀ ਸਿਧਾਂਤ। ਅਤੇ ਰੀਤੀ ਸਿਧਾਂਤ ਜਾਂ ਰੀਤੀ ਸੰਪਰਦਾਇ ਵੀ ਇਹਨੂੰ ਕਹਿ ਲਿਆ ਜਾਂਦਾ ਹੈ। ਰੀਤੀ ਸਿਧਾਂਤ ਜਾਂ ਰੀਤੀ ਸੰਪਰਦਾਇ ਜੋ ਹੈ ਇਹ ਸਾਹਿਤ ਸਿਧਾਂਤਾਂ ਦੇ ਜਿਹੜੇ ਹੋਰ ਸਾਹਿਤ ਸਿਧਾਂਤ ਨੇ, ਰਸ ਸਿਧਾਂਤ ਹੈ, ਵਕਰੋਕਤੀ ਹੈ, ਰੀਤੀ ਹੈ, ਉਹਨਾਂ ਦੇ ਮੁਕਾਬਲੇ ਇੱਕ ਸੌਖਾ ਜਿਹਾ ਵਿਸ਼ਾ ਹੈ। ਅਤੇ ਇਹਦੀ ਇਹ ਵਿਸ਼ੇਸ਼ਤਾ ਹੈ ਕਿ ਰੀਤੀ ਜੋ ਹੈ, ਜਦੋਂ ਤੁਹਾਨੂੰ ਸਿਰਫ ਰੀਤੀ ਦਾ ਹੀ ਮੀਨਿੰਗ ਸਮਝ ਆ ਜਾਏਗਾ ਨਾ, ਰੀਤੀ ਤੋਂ ਭਾਵ ਹੁੰਦਾ ਸ਼ੈਲੀ। ਸ਼ੈਲੀ ਦਾ ਮਤਲਬ ਹੁੰਦਾ ਲਿਖਣ ਦਾ ਢੰਗ। ਸ਼ੈਲੀ ਬਾਰੇ ਜਦੋਂ ਤੁਹਾਨੂੰ ਚਾਨਣਾ ਹੋ ਜਾਂਦਾ ਹੈ ਨਾ, ਤਾਂ ਇਹਨੂੰ ਸਮਝਣਾ ਜੋ ਹੈ ਉਹ ਕੋਈ ਔਖਾ ਕੰਮ ਨਹੀਂ ਰਹਿ ਜਾਂਦਾ। ਸਟੂਡੈਂਟਸ, ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਜੋ ਹੈ ਜਦੋਂ ਵੀ ਤੁਸੀਂ ਕਿਸੇ ਕਹਾਣੀ ਦੀ, ਕਿਸੇ ਕਵਿਤਾ ਦੀ ਸਾਹਿਤਕ ਪੜਚੋਲ ਕਰਦੇ ਹੋ ਨਾ, ਉਸ ਵੇਲੇ ਤੁਸੀਂ ਜ਼ਰੂਰ ਉਹਦੇ ਵਿੱਚ ਇੱਕ ਪੁਆਇੰਟ ਬਣਾਉਂਦੇ ਹੋ ਸ਼ੈਲੀ, ਭਾਸ਼ਾ ਸ਼ੈਲੀ, ਜਾਂ ਸ਼ੈਲੀ ਹੁੰਦਾ ਕਈ ਵਾਰੀ, ਜਾਂ ਕਈ ਵਾਰੀ ਭਾਸ਼ਾ ਸ਼ੈਲੀ ਹੁੰਦਾ। ਅਤੇ ਉਹਦੇ ਵਿੱਚ ਜੋ ਹੈ ਤੁਸੀਂ ਉਹਦੀ ਜੋ ਹੈ ਲੈਂਗੁਏਜ ਉਸ ਰਾਈਟਰ ਨੇ ਕਿਹੋ ਜਿਹੀ ਯੂਜ਼ ਕੀਤੀ ਹੈ, ਇਸ ਬਾਰੇ ਤੁਸੀਂ ਗੱਲ ਕਰਦੇ ਹੋ। ਉਸੇ ਨੂੰ ਹੀ ਸ਼ੈਲੀ ਨੂੰ ਹੀ ਭਾਰਤੀ ਕਾਵਿ ਸ਼ਾਸਤਰ ਵਿੱਚ ਰੀਤੀ ਦਾ ਨਾਂ ਦਿੱਤਾ ਜਾਂਦਾ ਹੈ। ਇਸ ਲਈ ਇਹਨੂੰ ਜੋ ਹੈ ਇਹਦੇ ਨਾਮ ਤੋਂ ਹੀ ਇੱਕਦਮ ਇਹ ਸੋਚ ਕੇ ਕਿ ਰੀਤੀ ਕੀ ਹੈ, ਇਹ ਤਾਂ ਬਹੁਤ ਕੋਈ ਪਤਾ ਨਹੀਂ ਵੱਖਰੀ ਹੀ ਚੀਜ਼ ਹੈ, ਤੁਸੀਂ ਪਹਿਲਾਂ ਕਦੇ ਸੁਣੀ ਨਹੀਂ। ਅਤੇ ਇਹ ਹੈ ਕਿ ਤੁਸੀਂ ਸੁਣੀ ਹੋਈ ਹੈ, ਸਿਰਫ ਇਹਦਾ ਨਾਮ ਚੇਂਜ ਹੈ। ਤੁਸੀਂ ਸ਼ੈਲੀ ਨਾਮ ਤੋਂ ਇਹਨੂੰ ਜਾਣਦੇ ਹੋ, ਅਤੇ ਇਹਦਾ ਭਾਰਤੀ ਸੰਪਰਦਾਇ 'ਚ ਇਹਦਾ ਨਾਮ ਜੋ ਹੈ ਉਹ ਰੀਤੀ ਹੈ। ਆਓ ਬੇਟਾ ਟੌਪਿਕ 'ਤੇ ਆ ਜਾਈਏ। ਰੀਤੀ ਸਿਧਾਂਤ। ਰੀਤੀ ਸਿਧਾਂਤ ਦਾ ਆਰੰਭ 8ਵੀਂ ਸਦੀ ਵਿੱਚ ਆਚਾਰਿਆ ਵਾਮਨ ਦੇ ਗ੍ਰੰਥ ਕਾਵ ਅਲੰਕਾਰ ਸੂਤਰਵ੍ਰਿਤੀ ਤੋਂ ਮੰਨਿਆ ਜਾਂਦਾ ਹੈ। ਕਿਹੜੀ ਸਦੀ 'ਚ ਸ਼ੁਰੂ ਹੁੰਦਾ ਹੈ? ਜਿਵੇਂ ਪਿਛਲੇ ਜਿਹੜੇ ਅਸੀਂ ਟੌਪਿਕ ਕੀਤੇ ਉਹਨਾਂ ਦੇ ਵੀ ਅਸੀਂ ਸਦੀਆਂ ਨਾਲ ਪੜ੍ਹੀਆਂ, ਅਤੇ ਇਹਦੀ ਕਿਹੜੀ ਸਦੀ ਹੈ? 8ਵੀਂ ਸਦੀ ਹੈ। ਅਤੇ ਆਰੰਭ ਕਿਹਨੇ ਕੀਤਾ? ਵਾਮਨ ਨੇ ਸ਼ੁਰੂ ਕੀਤਾ। ਉਹਦਾ ਗ੍ਰੰਥ ਕਿਹੜਾ ਸੀ? ਕਾਵ ਅਲੰਕਾਰ ਸੂਤਰਵ੍ਰਿਤੀ ਤੋਂ ਇਹਦਾ ਆਰੰਭ ਮੰਨਿਆ ਜਾਂਦਾ ਹੈ। ਰੀਤੀ ਦਾ ਸ਼ਾਬਦਿਕ ਅਰਥ ਹੈ ਲਿਖਣ ਦਾ ਢੰਗ। ਕਈ ਚਿੰਤਕ ਇਸ ਨੂੰ ਕਾਵ ਮਾਰਗ ਵੀ ਮੰਨਦੇ ਹਨ। ਕੁਝ ਵਿਦਵਾਨ ਇਹਦਾ ਕੀ ਅਰਥ ਮੰਨਦੇ ਹਨ? ਕਾਵ ਮਾਰਗ। ਅਤੇ ਪੋਇਟਰੀ ਨੂੰ ਸਧਾਰਨ ਬੋਲਚਾਲ ਤੋਂ ਨਿਖੇੜਨ ਵਾਲਾ ਤੱਤ ਜੋ ਹੈ ਉਹ ਰੀਤੀ ਹੀ ਹੈ। ਹੁਣ ਬੇਟਾ ਤੁਹਾਨੂੰ ਪਤਾ ਹੈ ਇਹ ਗੱਲ, ਬਾਰ-ਬਾਰ ਮੈਂ ਦੱਸਦੀ ਹਾਂ ਕਿ ਪੋਇਟਰੀ ਜਿਹੜੀ ਹੈ ਉਹ ਕਿਸੇ ਆਮ ਬੋਲੀ 'ਚ ਨਹੀਂ ਲਿਖੀ ਜਾਂਦੀ। ਉਹਦਾ ਜੋ ਹੈ, ਜਿਵੇਂ ਕੱਲ੍ਹ ਜਿਹੜਾ ਅਸੀਂ ਟੌਪਿਕ ਕੀਤਾ ਸੀ ਧੁਨੀ ਸਿਧਾਂਤ ਵਾਲਾ, ਉਹਦੇ 'ਚ ਅਸੀਂ ਅਭਿਧਾ, ਲਕਸ਼ਣਾ ਅਤੇ ਵਿਅੰਜਨਾ ਦੀ ਗੱਲ ਕੀਤੀ ਸੀ। ਅਤੇ ਅਭਿਧਾ ਜੋ ਹੈ ਉਹਦੇ 'ਚ ਅਸੀਂ ਜੋ ਹੈ ਆਪਣੀ ਦੈਨਿਕ ਰੋਜ਼ਮर्रा ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਅਭਿਧਾ ਉਹਦੇ 'ਚ ਕਰਦੇ ਹਾਂ, ਅਭਿਧਾ ਧੁਨੀ 'ਚ। ਅਤੇ ਅਭਿਧਾ, ਲਕਸ਼ਣਾ ਅਤੇ ਵਿਅੰਜਨਾ। ਲਕਸ਼ਣਾ ਅਤੇ ਵਿਅੰਜਨਾ ਜਿਹੜੀਆਂ ਨੇ ਉਹਨਾਂ ਵਿੱਚ ਜੋ ਹੈ ਪੋਇਟਰੀ ਲਿਖੀ ਜਾਂਦੀ ਹੈ, ਕਿਉਂਕਿ ਪੋਇਟਰੀ ਜਿਹੜੀ ਹੁੰਦੀ ਹੈ ਨਾ ਉਹਦੇ ਜਿਹੜੇ ਅਰਥ ਹੁੰਦੇ ਨੇ ਉਹ ਗਹਿਰਾਈ 'ਚ ਪਏ ਹੁੰਦੇ ਨੇ। ਰਾਈਟਰ ਜੋ ਹੈ ਇੱਕ ਸ਼ਬਦ ਤੋਂ ਕੀ ਭਾਵ ਲੈ ਸਕਦਾ ਹੈ, ਇਹ ਰਾਈਟਰ ਆਪ ਹੀ ਜਾਣਦਾ ਹੁੰਦਾ। ਇਸ ਲਈ ਪੋਇਟਰੀ ਜੋ ਹੈ ਉਹਦੀ ਜਿਹੜੀ ਬੋਲਚਾਲ ਹੈ ਉਹ ਇੱਕ ਵੱਖਰੀ ਭਾਂਤ ਦੀ ਹੁੰਦੀ ਹੈ। ਅਤੇ ਸਧਾਰਨ ਬੋਲਚਾਲ ਤੋਂ ਜਦੋਂ ਕਿਸੇ ਭਾਸ਼ਾ ਨਾਲ ਇਹਨੂੰ ਨਿਖੇੜਿਆ ਜਾਂਦਾ ਹੈ ਨਾ, ਤਾਂ ਉਹਨੂੰ ਰੀਤੀ ਹੀ ਕਿਹਾ ਜਾਂਦਾ ਹੈ। ਜੇਕਰ ਕੋਈ ਪੋਇਟ ਰੀਤੀ ਤੋਂ ਅਣਜਾਣ ਹੈ ਤਾਂ ਉਸ ਦੀ ਰਚਨਾ ਵਿੱਚ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਉੱਤਮ ਕਾਵਿ ਦੀ ਕੋਟੀ ਵਿੱਚ ਉਹਨੂੰ ਨਹੀਂ ਰੱਖਿਆ ਜਾ ਸਕਦਾ। ਠੀਕ ਹੈ, ਉਹਦੀ ਪੋਇਟਰੀ ਜਿਹੜੀ ਹੈ ਉਹ ਸ੍ਰੇਸ਼ਟ ਤਾਂ ਹੀ ਮੰਨੀ ਜਾਏਗੀ ਜਦੋਂ ਉਹਦੀ ਭਾਸ਼ਾ ਸ਼ੈਲੀ ਕੁਝ ਵੱਖਰੀ ਭਾਂਤ ਦੀ ਹੋਏਗੀ। ਆਧੁਨਿਕ ਸਮੇਂ ਵਿੱਚ ਰੀਤੀ ਲਈ ਸ਼ੈਲੀ ਸ਼ਬਦ ਪ੍ਰਚਲਿਤ ਹੈ। ਰੀਤੀ ਦੀਆਂ ਪਰਿਭਾਸ਼ਾਵਾਂ। ਵਾਮਨ ਅਨੁਸਾਰ ਰੀਤੀ ਵਿਸ਼ਿਸ਼ਟ ਪਦ ਰਚਨਾ ਹੈ। ਵਿਸ਼ਿਸ਼ਟ ਮੀਨਸ ਵਿਸ਼ੇਸ਼। ਅਤੇ ਭਾਵੇਂ ਅਨੁਸਾਰ ਰੀਤੀ ਕਾਵਿ ਨੂੰ ਪੇਸ਼ ਕਰਨ ਦਾ ਢੰਗ ਹੈ, ਪੋਇਟਰੀ ਨੂੰ ਪੇਸ਼ ਕਰਨ ਦਾ ਢੰਗ ਹੈ। ਰੀਤੀ ਲਈ ਜ਼ਰੂਰੀ ਤੱਤ ਹਨ। ਕਿਹੜੇ ਰੀਤੀ ਲਈ ਜ਼ਰੂਰੀ ਤੱਤ ਹਨ? ਇੱਕ ਤਾਂ ਹੁੰਦਾ ਰੀਤੀ ਮਤਲਬ ਕਿ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ? ਵਿਸ਼ੇਸ਼ ਸ਼ਬਦ ਯੋਜਨਾ, ਕਾਵ ਗੁਣ, ਅਤੇ ਤੀਜਾ ਹੈ ਰਸ। ਭਾਰਤੀ ਆਚਾਰਿਆ ਰੀਤੀ ਦੇ ਭੇਦਾਂ ਲਈ ਇੱਕ ਮਤ ਨਹੀਂ ਹਨ, ਪਰੰਤੂ ਫਿਰ ਵੀ ਰੀਤੀ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ
ਇਸ ਦੇ 3 ਭੇਦ ਮੰਨੇ ਗਏ ਹਨ। ਹੁਣ ਇੱਥੇ ਭਾਰਤੀ ਆਚਾਰਿਆ ਕਿਉਂ ਵਰਡ ਆਇਆ ਹੈ, ਕਿਉਂਕਿ ਬੇਟਾ ਜਿਹੜਾ ਇਹ ਟੋਪਿਕ ਹੈ ਅਸੀਂ ਭਾਰਤੀ ਕਾਵਿ ਸ਼ਾਸਤਰ ਵਾਲਾ ਜਿਹੜਾ ਸਾਡਾ ਯੂਨਿਟ ਹੈ ਨਾ, ਸੈਕਿੰਡ ਯੂਨਿਟ, ਉਸ ਦੇ ਅੰਤਰਗਤ ਇਹਨੂੰ ਕਰ ਰਹੇ ਹਾਂ। ਅਤੇ ਤੁਹਾਨੂੰ ਪਹਿਲਾਂ ਵੀ ਮੈਂ ਦੂਜੀ ਵੀਡੀਓ ਜਿਸ 'ਚ ਦੱਸਿਆ ਹੈ ਕਿ ਸਾਰੇ ਹੀ ਆਚਾਰਿਆ ਜਿਹੜੇ ਨੇ ਉਹ ਆਪਣੇ ਆਪਣੇ ਸਿਧਾਂਤ ਨੂੰ ਆਪਣੇ ਆਪਣੇ ਇਹਨੂੰ ਜੋ ਜਿਸ ਚੀਜ਼ ਦੀ ਵੀ ਉਹਨਾਂ ਨੇ ਖੋਜ ਕੀਤੀ ਹੈ, ਰੀਤੀ ਦੀ ਕੀਤੀ ਹੈ, ਵਰੀਤੀ ਦੀ ਕੀਤੀ ਹੈ, ਅਲੰਕਾਰਾਂ ਦੀ ਕੀਤੀ, ਰਸਾਂ ਦੀ ਕੀਤੀ, ਜਿਸ ਦੀ ਵੀ ਸਿਧਾਂਤ ਦੀ ਉਹਨਾਂ ਨੇ ਖੋਜ ਕੀਤੀ ਹੈ, ਉਹ ਆਪਣੇ ਸਿਧਾਂਤ ਨੂੰ ਸ੍ਰੇਸ਼ਟ ਮੰਨਦੇ ਨੇ ਅਤੇ ਬਾਕੀਆਂ ਨੂੰ ਗੌਣ ਮੰਨਦੇ ਨੇ। ਅਤੇ ਭਾਰਤੀ ਜਿਹੜੇ ਆਚਾਰਿਆ ਨੇ ਉਹ ਰੀਤੀ ਦੇ ਭੇਦਾਂ ਲਈ ਵੀ ਇੱਕ ਮਤ ਨਹੀਂ, ਮਤਲਬ ਕਿ ਸਾਰੇ ਇਹਨੂੰ ਵੀ ਸਹੀ ਨਹੀਂ ਮੰਨਦੇ, ਪਰੰਤੂ ਫਿਰ ਵੀ ਰੀਤੀ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ, ਮਤਲਬ ਕਿ ਇੰਟਰਨਲ ਜਿਹੜੀਆਂ ਇਹਦੀਆਂ ਵਿਸ਼ੇਸ਼ਤਾਵਾਂ ਨੇ ਉਹਦੇ ਆਧਾਰ 'ਤੇ ਇਹਦੇ 3 ਭੇਦ ਮੰਨੇ ਗਏ ਹਨ। ਬਹੁਤ ਹੀ ਸਿਰਫ ਇਹ ਵੇਖਣ ਨੂੰ ਬੇਟਾ ਇੰਝ ਲੱਗਦਾ ਹੈ ਕਿ ਸ਼ਾਇਦ ਕੁਝ ਮੁਸ਼ਕਿਲ ਹੋਏਗਾ, ਪਰ ਬਹੁਤ ਆਸਾਨ ਹੈ। ਪਹਿਲਾ ਭੇਦ ਹੈ ਵਿਦਰਭੀ ਰੀਤੀ। ਵਿਦਰਭੀ ਰੀਤੀ, ਇਸ ਨੂੰ ਵਿਦਰਭ ਦੇ ਇਲਾਕੇ ਦੀ ਰੀਤੀ ਮੰਨਿਆ ਜਾਂਦਾ ਹੈ। ਕਿਹੜੇ ਇਲਾਕੇ ਦੀ? ਜੋ ਨਾਮ ਹੈ ਉਸੇ ਦਾ ਇਲਾਕਾ ਹੈ ਵਿਦਰਭ, ਜੋ ਪੁਰਾਤਨ ਸਮੇਂ ਵਿੱਚ ਮਹਾਰਾਸ਼ਟਰ ਰਾਜ ਦਾ ਹਿੱਸਾ ਸੀ। ਕਿਹੜੇ ਰਾਜ ਦਾ? ਮਹਾਰਾਸ਼ਟਰ ਰਾਜ ਦਾ। ਇਸ ਲਈ ਇਹ ਦੱਖਣੀ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। ਵਿਦਰਭੀ ਰੀਤੀ ਕਿਹੜੇ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ? ਦੱਖਣ ਵਾਲੇ ਭਾਰਤ ਦੀ। ਅਤੇ ਇਹ ਵਿਦਰਭੀ ਰੀਤੀ ਆਦਰਸ਼ ਰੀਤੀ ਮੰਨੀ ਜਾਂਦੀ ਹੈ। ਇੱਕ ਵਧੀਆ, ਬਹੁਤ ਹੀ ਆਦਰਸ਼ਕ ਰੀਤੀਆਂ ਨੂੰ ਮੰਨਿਆ ਜਾਂਦਾ ਹੈ, ਵਧੀਆ ਮੰਨਿਆ ਜਾਂਦਾ ਹੈ। ਇਹ ਕਾਵ ਦੋਸ਼ਾਂ ਤੋਂ ਵੀ ਰਹਿਤ ਹੁੰਦੀ ਹੈ, ਮਤਲਬ ਕਿ ਏਡੀ ਪਿਓਰ ਹੁੰਦੀ ਹੈ ਕਿ ਇਹਦੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ। ਸ਼ਿੰਗਾਰ, ਕਰੁਣਾ ਅਤੇ ਸ਼ਾਂਤ ਰਸ ਦੀ ਵੀ ਇਹਦੇ 'ਚ ਪ੍ਰਧਾਨਤਾ ਰਹਿੰਦੀ ਹੈ। ਹੁਣ ਬੇਟਾ ਅਸੀਂ ਰਸ ਵਾਲੇ ਕੁਐਸਚਨ 'ਚ ਇਹ ਗੱਲ ਕੀਤੀ ਹੈ। ਸ਼ਿੰਗਾਰ ਰਸ ਕਿਸੇ ਜਦੋਂ ਤੁਸੀਂ ਪੜ੍ਹਦੇ ਹੋ, ਪ੍ਰੇਮ ਪਿਆਰ ਦੀ ਜਦੋਂ ਤੁਸੀਂ ਗੱਲ ਪੜ੍ਹੀ, ਉਸ ਵੇਲੇ ਤੁਹਾਨੂੰ ਸ਼ਿੰਗਾਰ ਰਸ ਆਉਂਦਾ ਹੈ। ਕਰੁਣਾ ਜੋ ਹੈ, ਜਦੋਂ ਤੁਸੀਂ ਕੋਈ ਤਰਸ ਵਾਲੀ ਗੱਲ ਪੜ੍ਹੀ, ਉਸ ਵੇਲੇ ਤੁਹਾਨੂੰ ਕਰੁਣਾ ਸਾਡੇ ਅੰਦਰ ਜਾਗ ਜਾਂਦੀ ਹੈ। ਸ਼ਾਂਤ ਰਸ ਜੋ ਹੈ, ਕਿਸੇ ਵੀ ਤਰ੍ਹਾਂ ਦਾ ਅਧਿਆਤਮਿਕ ਪਰਮਾਤਮਾ ਨਾਲ ਸੰਬੰਧਿਤ ਲਿਟਰੇਚਰ ਪੜ੍ਹਨ ਨਾਲ ਸਾਡੇ ਅੰਦਰ ਸ਼ਾਂਤ ਰਸ ਆ ਜਾਂਦਾ ਹੈ। ਮਤਲਬ ਕਿ ਵਿਦਰਭੀ ਰੀਤੀ ਜੋ ਹੈ ਉਹਦੇ 'ਚ ਇਹ ਤਿੰਨੇ ਰਸ ਪ੍ਰਧਾਨ ਰਹਿੰਦੇ ਨੇ। ਇਸ ਦੇ ਵਰਣ ਭਾਵ ਸ਼ਬਦ ਸਰਲ ਹੁੰਦੇ ਹਨ। ਇਹਦੇ ਜਿਹੜੇ ਵਰਣ ਹੁੰਦੇ ਨੇ ਨਾ, ਵਰਣ ਕੀ ਹੁੰਦਾ? ਊੜਾ ਆੜਾ ਈੜੀ ਸੱਸਾ, ਸਾਰੇ ਵਰਣ ਨੇ। ਅਤੇ ਇਹਦੇ ਜਿਹੜੇ ਵਰਣ ਹੁੰਦੇ ਨੇ ਵਿਦਰਭੀ ਰੀਤੀ ਦੇ, ਉਹ ਬੜੇ ਸਰਲ ਹੁੰਦੇ ਨੇ। ਟਵਰਗ, ਟਵਰਗ ਮਤਲਬ ਕਿ ਟ ਠ ਡ ਢ ਵਾਲੇ ਜਿਹੜੀ ਲਾਈਨ ਹੈਗੀ ਹੈ ਨਾ, ਉਹਦੇ ਅੱਖਰ ਇਸ ਰੀਤੀ ਵਿੱਚ ਨਹੀਂ ਮਿਲਦੇ। ਟਵਰਗ ਵਾਲੇ ਜਿਹੜੇ ਅੱਖਰ ਨੇ ਨਾ, ਉਹ ਇਸ ਰੀਤੀ ਵਿੱਚ ਨਹੀਂ ਮਿਲਦੇ। ਹੁਣ ਬੇਟਾ ਇੱਥੇ ਟਵਰਗ ਅੱਖਰ ਜਿਹੜੇ ਨੇ ਨਾ, ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਮ ਤੌਰ 'ਤੇ ਨਾ ਅਜਿਹੀ ਪੋਇਟਰੀ 'ਚ ਇਹਨਾਂ ਵਰਡਾਂ ਨੂੰ ਯੂਜ਼ ਕੀਤਾ ਜਾਂਦਾ ਹੈ ਜਿਹਦੇ ਵਿੱਚ ਬਹਾਦਰੀ ਦੀ ਗੱਲ ਹੋਵੇ, ਲੜਾਈ ਪੜਾਈ ਦੀ ਗੱਲ ਹੋਵੇ, ਜਿਹਨੂੰ ਪੜ੍ਹ ਕੇ ਤੁਹਾਨੂੰ ਬੀਰਸ ਆ ਜਾਂਦਾ ਨਾ, ਉਹਦੇ ਵਿੱਚ ਹੈ ਜੋ ਹੈ ਟ ਠ ਡ ਢ ਵਰਡ ਜਿਹੜੇ ਨੇ ਉਹ ਯੂਜ਼ ਕੀਤੇ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਚੰਡੀ ਦੀ ਵਾਰ ਹੈ, ਉਹਦੇ 'ਚ ਤੁਸੀਂ ਵੇਖੋਗੇ ਕਿ ਇਹਨਾਂ ਇਹ ਵਾਲਾ ਜਿਹੜਾ ਵਰਗ ਹੈ ਨਾ, ਟ ਠ ਡ ਢ ਵਾਲਾ, ਇਹਦੀ ਬਹੁਤਾਂਤ ਵੇਖਣ ਨੂੰ, ਬਹੁਪਾਂਤ ਵੇਖਣ ਨੂੰ ਮਿਲਦੀ ਹੈ। ਬਹੁਤ ਉਹਨਾਂ ਨੇ ਇਹਨਾਂ ਨੂੰ ਜੋ ਹੈ ਯੂਜ਼ ਕੀਤਾ ਹੈ। ਹੋਰ ਵੀ ਲੱਖ ਨਗਾਰੇ ਵੱਜਣਾ ਮੋਸਣੇ, ਹੋਰ ਵੀ ਜਿਹੜੇ ਜੰਗਨਾਮੇ ਹੁੰਦੇ ਨੇ, ਉਹਨਾਂ ਵਿੱਚ ਵੀ ਇਹਨਾਂ ਦੀ ਬਹੁਤਾਂਤ ਵੇਖਣ ਨੂੰ ਮਿਲਦੀ ਹੈ। ਇਸ ਰੀਤੀ ਵਿੱਚ ਮਧੁਰਤਾ, ਉੱਜ, ਪ੍ਰਸਾਦ ਆਦਿ ਗੁਣ ਮਿਲਦੇ ਹਨ। ਅੱਗੇ ਗੱਲ ਕਰਾਂਗੇ ਅਸੀਂ ਕੀ ਹੁੰਦਾ ਹੈ ਮਧੁਰਤਾ, ਉੱਜ ਅਤੇ ਪ੍ਰਸਾਦ ਗੁਣ। ਮਧੁਰਤਾ ਦਾ ਮਤਲਬ ਹੁੰਦਾ ਹੈ ਮਿੱਠਾ ਜਾਂ ਮਿਠਾਸ, ਅਤੇ ਉੱਜ ਦਾ ਮਤਲਬ ਹੁੰਦਾ ਹੈ ਜੋਸ਼ ਭਰਪੂਰ, ਅਤੇ ਪ੍ਰਸਾਦ ਦਾ ਮਤਲਬ ਹੁੰਦਾ ਹੈ ਅਰਥ ਭਰਪੂਰ। ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ, ਉੱਜ, ਮਧੁਰਤਾ ਅਤੇ ਪ੍ਰਸਾਦ, ਉਸ ਵੇਲੇ ਜੋ ਹੈ ਵਿਦਰਭੀ ਰੀਤੀ ਮੰਨੀ ਜਾਂਦੀ ਹੈ, ਬਣਦੀ ਹੈ। ਇਹਦਾ ਹੀ ਪੰਜਾਬੀ 'ਚ ਇਹ ਵਾਲੀ ਰੀਤੀ ਜਿਹੜੀ ਹੈ, ਹੁਣ ਬਹੁਤ ਪੰਜਾਬੀ 'ਚ ਜੋ ਹੈ ਇਸ ਰੀਤੀ ਦਾ ਇੱਕ ਐਗਜ਼ਾਮਪਲ ਕੀ ਹੈ? ਵਿਦਰਭੀ ਰੀਤੀ ਨੂੰ ਸਮਝਣ ਲਈ ਵਾਰਿਸ ਸ਼ਾਹ ਦੀ ਹੀਰ ਤੋਂ ਯੋਗ ਉਦਾਹਰਣ ਲਿਆ ਜਾ ਸਕਦਾ ਹੈ। ਵਾਰਿਸ ਸ਼ਾਹ ਦੀ ਹੀਰ ਤੋਂ ਐਗਜ਼ਾਮਪਲ ਹੈ, ਕਿਹੜਾ ਹੈ? ਕਿਉਂਕਿ ਆਧੁਨਿਕ ਸਮੇਂ 'ਚ ਜਿਹੜੀ ਕਵਿਤਾ ਹੈ ਉਹ ਵਿਦਰਭੀ ਜਿਹੜੀ ਰੀਤੀ ਹੈ ਵਰਗੀ ਸਰਬ ਗੁਣ ਸੰਪੰਨਤਾ ਵਾਲੀ ਸੰਭਵ ਨਹੀਂ ਹੈ। ਅੱਜ ਕੱਲ੍ਹ ਜਿਹੜੀ ਪੋਇਟਰੀ ਲਿਖੀ ਜਾ ਰਹੀ ਹੈ, ਉਹਦੇ 'ਚ ਜੋ ਹੈ ਵਿਦਰਭੀ ਰੀਤੀ ਕੋਈ ਬਹੁਤੀ ਯੂਜ਼ ਨਹੀਂ ਕੀਤੀ ਜਾ ਰਹੀ। ਅਤੇ ਇਹ ਵਾਲੀ ਜਿਹੜੀ ਬੇਟਾ ਮੈਂ ਪੋਇਟਰੀ ਪੜ੍ਹੂੰਗੀ ਨਾ, ਇਹ ਤੁਸੀਂ BA ਸੈਕਿੰਡ ਈਅਰ 'ਚ ਆਪਣੀ ਵਾਰਿਸ ਸ਼ਾਹ ਦੀ ਪੋਇਟਰੀ 'ਚ ਪੜ੍ਹ ਕੇ ਆਇਓ। ਦੇਖੋ ਕੀ ਹੈ, ਇੱਕ ਬਾਜ ਤੋਂ ਕਾਉ ਨੇ ਕੁੰਜ ਖੋਹੀ, ਵੇਖਾਂ ਚੁੱਪ ਹੈ ਕੀ ਕੁਰਲਾਮਦਾ ਈ, ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾਈ। ਇਹ ਜੋ ਹੈ ਇਹ ਵਾਲੀ ਜਿਹੜੀ ਵਾਰਿਸ ਸ਼ਾਹ ਦੀ ਜਿਹੜੀ ਆਪਾਂ ਸਤਰ ਪੜ੍ਹੀ ਹੈ ਉਹਦੀ ਹੀਰ ਦੀ, ਇਹਦੇ 'ਚ ਸ਼ਿੰਗਾਰ ਰਸ, ਵਿਜੋਗ ਰਸ ਦਾ ਸੁੰਦਰ ਵਰਣਨ ਵਾਰਿਸ ਸ਼ਾਹ ਦੇ ਪ੍ਰਸਿੱਧ ਜਿਹੜਾ ਹੀਰ ਦਾ ਕਿੱਸਾ ਹੈ
ਉਹਦੇ 'ਚ ਇਹਨਾਂ ਸਤਰਾਂ ਵਿੱਚ ਵੇਖਣ ਨੂੰ ਮਿਲਦਾ ਹੈ। ਹੁਣ ਦੂਜੀ ਰੀਤੀ ਹੈ ਗੌੜੀ ਰੀਤੀ। ਕਿਹੜੀ ਰੀਤੀ ਹੈ ਦੂਜੀ? ਗੌੜੀ ਰੀਤੀ। ਗੌੜ ਇਲਾਕੇ ਦੀ ਰੀਤੀ ਹੈ ਇਹ, ਜੋ ਪ੍ਰਾਚੀਨ ਬੰਗਾਲ ਦੇਸ਼ ਵਿੱਚ ਪ੍ਰਸਿੱਧ ਸੀ। ਕਿਹੜੇ ਇਲਾਕੇ 'ਚ ਪ੍ਰਸਿੱਧ ਸੀਗੀ ਇਹ? ਬੰਗਾਲ ਦੇ ਇਲਾਕੇ 'ਚ। ਰਾਗ ਗੌੜੀ ਨੂੰ ਵੀ ਇਸ ਤੋਂ ਹੀ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਹ ਯੁੱਧ, ਵੀਰਤਾ ਅਤੇ ਉਤਸ਼ਾਹ ਵਾਲੀ ਰੀਤੀ ਹੈ। ਇਹਦੇ ਵਿੱਚ ਜੋ ਹੈ ਯੁੱਧ ਦੀ, ਵੀਰਤਾ ਦੀ, ਬਹਾਦਰੀ ਵਾਲੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਖੜਕਾ, ਦੜਕਾ ਅਤੇ ਟਵਰਗ ਦੀ ਪ੍ਰਧਾਨਤਾ। ਹੁਣ ਜਿਵੇਂ ਅਸੀਂ ਪਿੱਛੇ ਟ ਠ ਡ ਡ ਵਾਲੀ ਲਾਈਨ ਦੀ ਗੱਲ ਕੀਤੀ ਨਾ, ਟਵਰਗ ਦੀ ਪ੍ਰਧਾਨਤਾ ਅਤੇ ਰੌਦਰ ਰਸ, ਬੀਰ ਰਸ ਅਤੇ ਭਿਆਨਕ ਰਸਾਂ ਦਾ ਸੁੰਦਰ ਵਰਣਨ ਗੌੜੀ ਰੀਤੀ 'ਚ ਵੇਖਣ ਨੂੰ ਮਿਲਦਾ ਹੈ। ਇਹ ਸਾਰੇ ਦੇਖੋ ਬਹਾਦਰੀ ਨਾਲ ਸੰਬੰਧਿਤ ਨੇ ਸਾਰੇ, ਰੌਦਰ, ਬੀਰ ਅਤੇ ਭਿਆਨਕ ਰਸਾਂ ਵਾਲੇ ਕੁਸ਼ਚਨ ਵਿੱਚ ਆਪਾਂ ਇਹਨਾਂ ਦੀ ਗੱਲ ਕੀਤੀ ਸੀ। ਜਿੱਥੇ ਵਿਦਰਭੀ ਰੀਤੀ ਵਿੱਚ ਇਸਤਰੀਆਂ ਵਰਗੀ ਨਜ਼ਾਕਤ ਹੁੰਦੀ ਹੈ, ਉੱਥੇ ਗੌੜੀ ਰੀਤੀ ਮਰਦਾਂ ਵਾਂਗ ਖਰਵੀ ਹੁੰਦੀ ਹੈ। ਹੁਣ ਬੇਟਾ ਜਿਹੜੀ ਸਭ ਤੋਂ ਪਹਿਲੀ ਵਿਦਰਭੀ ਰੀਤੀ ਅਸੀਂ ਪੜ੍ਹੀ ਨਾ, ਉਹਦੇ 'ਚ ਜਿਵੇਂ ਔਰਤ ਜਿਹੜੀ ਹੈ ਨਾਜ਼ੁਕ ਜਿਹੀ ਹੁੰਦੀ ਹੈ, ਵਿਦਰਭੀ ਰੀਤੀ ਨੂੰ ਔਰਤ ਵਾਂਗ ਮੰਨਿਆ ਜਾਂਦਾ ਹੈ। ਪਰ ਗੌੜੀ ਜਿਹੜੀ ਰੀਤੀ ਹੈ ਉਹ ਮਰਦਾਂ ਵਾਂਗ ਖਰੋੜੀ ਅਤੇ ਖਰਵੀ ਹੁੰਦੀ ਹੈ। ਗੌੜੀ ਰੀਤੀ ਸ਼ਬਦ ਚਮਤਕਾਰਾਂ ਨਾਲ ਭਰਪੂਰ ਹੁੰਦੀ ਹੈ। ਗੌੜੀ ਰੀਤੀ ਜੋ ਹੈ ਇਹਦੇ 'ਚ ਜੋ ਹੈ ਸ਼ਬਦਾਂ ਦੇ ਚਮਤਕਾਰ ਵੇਖਣ ਨੂੰ ਮਿਲਦੇ ਨੇ। ਇਸ ਰੀਤੀ ਦਾ ਸੁੰਦਰ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਹੈ। ਜਿਵੇਂ ਮੈਂ ਪਿੱਛੇ ਵੀ ਗੱਲ ਕੀਤੀ ਸੀ ਨਾ ਕਿ ਬਹੁਤ ਹੀ ਸੁੰਦਰ ਬਹਾਦਰੀ ਵਾਲੇ ਜਿਹੜਾ ਵਰਣਨ ਹੈ, ਪੇਸ਼ਕਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਦੀ ਚੰਡੀ ਦੀ ਵਾਰ ਵਿੱਚ ਕੀਤੀ, ਸ਼ਾਇਦ ਹੀ ਕਿਸੇ ਨੇ ਕੀਤੀ ਹੋਏ। ਅਤੇ ਟਵਰਗ ਵਾਲੇ ਸਾਰੇ ਜਿਹੜੇ ਵਰਣ ਨੇ ਉਹ ਇਹਦੇ 'ਚ ਵੇਖਣ ਨੂੰ ਮਿਲਦੇ ਨੇ। ਹੁਣ ਬੇਟਾ ਲਾਸਟ ਰੀਤੀ ਹੈ ਪੰਚਾਲੀ ਰੀਤੀ। ਬਹੁਤ ਹੀ ਆਸਾਨ ਹੈ। ਪੰਚਾਲ ਦੇਸ਼ ਭਾਵ ਮਤਲਬ ਕਿ ਦ੍ਰੋਪਦੀ ਜਿਹੜੀ ਸੀ ਨਾ, ਉਹਦੇ ਪਿਤਾ ਦਾ ਦੇਸ਼ ਸੀਗਾ ਨਾ ਪੰਚਾਲ। ਤੁਹਾਨੂੰ ਯਾਦ ਹੋਏਗਾ ਉਹਦਾ ਨਾਮ ਪੰਚਾਲੀ ਵੀ ਹੁੰਦਾ ਸੀ, ਦ੍ਰੋਪਦੀ ਦਾ ਨਾਮ, ਮਹਾਭਾਰਤ ਵਾਲੀ ਜਿਹੜੀ ਦ੍ਰੋਪਦੀ। ਪੰਚਾਲ ਦੇਸ਼ ਭਾਵ ਉੱਤਰ ਪ੍ਰਦੇਸ਼ ਦਾ ਉੱਤਰ ਪੱਛਮੀ ਭਾਗ। ਉੱਤਰ ਪ੍ਰਦੇਸ਼ ਦਾ ਉੱਤਰ ਪੱਛਮੀ ਭਾਗ। ਇਹ ਦ੍ਰੋਪਦੀ ਦੇ ਪਿਤਾ ਦਾ ਦੇਸ਼ ਸੀ। ਇਸ ਰੀਤੀ ਨੂੰ ਵਾਮਨ ਨੇ ਵਿਸ਼ੇਸ਼ ਤੌਰ 'ਤੇ ਵਿਦਰਭੀ ਅਤੇ ਗੌੜੀ ਰੀਤੀ ਨਾਲ ਟਿਕਾਇਆ। ਮਤਲਬ ਕਿ ਵਾਮਨ ਨੇ ਹੀ ਰੀਤੀ ਸੰਪਰਦਾਇ ਆਰੰਭ ਕੀਤਾ ਸੀ ਨਾ, ਉਹਨੇ ਜੋ ਹੈ ਵਿਦਰਭੀ ਅਤੇ ਗੌੜੀ ਰੀਤੀ ਦੇ ਨਾਲ ਵਿਸ਼ੇਸ਼ ਤੌਰ 'ਤੇ ਇਹਨੂੰ ਸਥਾਨ ਦਿੱਤਾ, ਪੰਚਾਲੀ ਰੀਤੀ ਨੂੰ। ਇਸ ਵਿੱਚ ਮਿਠਾਸ ਅਤੇ ਸਪਸ਼ਟਤਾ ਮੁੱਖ ਰੂਪ ਵਿੱਚ ਵਿਦਮਾਨ ਰਹਿੰਦੀਆਂ ਨੇ। ਇਸ ਵਿੱਚ ਵੀ ਜੋ ਹੈ ਵਿਦਰਭੀ ਰੀਤੀ ਵਾਂਗ ਮਿਠਾਸ ਅਤੇ ਸਪਸ਼ਟਤਾ ਜੋ ਹੈ ਉਹ ਵਿਦਮਾਨ ਰਹਿੰਦੀ ਹੈ। ਭਾਵ ਅਜਿਹੇ ਬੋਲ ਪ੍ਰਧਾਨ ਰਹਿੰਦੇ ਹਨ ਜੋ ਸ਼ਾਂਤ ਰਸ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਮਤਲਬ ਕਿ ਅਜਿਹੀ ਪੋਇਟਰੀ ਇਹਦੇ ਵਿੱਚ ਲਿਖੀ ਜਾਂਦੀ ਹੈ ਜਿਹਨੂੰ ਪੜ੍ਹ ਕੇ ਜੋ ਹੈ ਸ਼ਾਂਤ ਰਸ ਮਹਿਸੂਸ ਹੁੰਦਾ ਹੈ। ਇਸ ਰੀਤੀ ਦੀ ਸੁੰਦਰ ਉਦਾਹਰਣ ਜੋ ਹੈ ਉਹ ਅਧਿਆਤਮਕ ਕਾਵਿ ਨੂੰ ਮੰਨਿਆ ਜਾ ਸਕਦਾ ਹੈ। ਅਧਿਆਤਮਕ ਕਾਵਿ ਕਿਹੜਾ? ਅਜਿਹੀ ਪੋਇਟਰੀ ਜੋ ਪਰਮਾਤਮਾ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਬੇਟਾ ਅਸੀਂ ਕਹਿ ਸਕਦੇ ਹਾਂ ਕਿ ਪੋਇਟਰੀ ਦੇ ਲੱਛਣ ਦੱਸਣ ਵਾਲੇ ਸਾਰੇ ਹੀ ਵਿਦਵਾਨ ਰੀਤੀ ਦੀ ਮਹੱਤਤਾ ਨੂੰ ਸਵੀਕਾਰ ਕਰਕੇ ਇਸ ਨੂੰ ਨਵੇਂ ਨਾਂ ਸ਼ੈਲੀ ਨਾਲ ਸੰਬੋਧਿਤ ਕਰਦੇ ਹਨ। ਉਮੀਦ ਹੈ ਬੇਟਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਫਿਰ ਵੀ ਕੁਝ ਕਮੀ ਰਹਿ ਗਈ ਅਸੀਂ ਕਲਾਸ ਵਿੱਚ ਡਿਸਕਸ ਕਰਾਂਗੇ। ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੋਇਟਰੀ ਦੇ ਲੱਛਣ ਦੱਸਣ ਵਾਲੇ ਨਾ, ਮਤਲਬ ਕਿ ਕਿਉਂਕਿ ਰੀਤੀ ਦਾ ਸੰਬੰਧ ਜੋ ਹੈ ਸ਼ੈਲੀ ਨਾਲ ਹੈ, ਸਾਰੇ ਵਿਦਵਾਨ ਇਹਨੂੰ ਅੱਜ ਕੱਲ੍ਹ ਜੋ ਹੈ ਨਵੇਂ ਨਾਮ ਸ਼ੈਲੀ ਤੋਂ ਜਾਣਦੇ ਨੇ। ਠੀਕ ਹੈ ਬੇਟਾ, ਓਕੇ। ਕਾਪੀ 'ਤੇ ਆਪਣੇ ਨੋਟਸ ਬਣਾ ਲੈਣਾ ਤੁਸੀਂ। ਓਕੇ, ਥੈਂਕ ਯੂ।